ਰਿਆਸਤ ਫਰੀਦਕੋਟ ਦੀ ਇਤਿਹਾਸ ਅਤੇ ਇਤਿਹਾਸਿਕ ਇਮਾਰਤਾਂ ਭਾਗ 7ਵਾਂ। ਅੱਜ ਆਪਾਂ ਗੱਲ ਕਰਾਂਗੇ ਫਰੀਦਕੋਟ ਦੇ ਇਤਿਹਾਸ ਵਿੱਚ ਇਤਿਹਾਸਿਕ ਜਨਤਕ ਇਮਾਰਤਾਂ ਦੀ, ਜਿਹੜੀਆਂ ਗੈਰ ਧਾਰਮਿਕ ਸੰਸਥਾਵਾਂ ਹਨ, ਜਿਨ੍ਹਾਂ ਦੇ ਵਿੱਚ ਸਿੱਖਿਆ ਅਤੇ ਖੇਡਾਂ ਦੇ ਨਾਲ ਜੁੜੀਆਂ ਹੋਈਆਂ ਇਮਾਰਤਾਂ ਆਉਂਦੀਆਂ ਹਨ। ਸੋ ਉਸ ਦੇ ਬਾਰੇ ਅੱਜ ਆਪਾਂ ਜ਼ਿਕਰ ਕਰਦੇ ਹਾਂ। ਇਤਿਹਾਸਿਕ ਜਨਤਕ ਇਮਾਰਤਾਂ। ਫਰੀਦਕੋਟ ਰਿਆਸਤ ਦੇ ਹਾਕਮ ਸਿਰਫ ਆਪਣੇ ਕਿਲੇ, ਮਹਿਲ ਅਤੇ ਸਰਕਾਰੀ ਦਫ਼ਤਰਾਂ ਲਈ ਇਮਾਰਤਾਂ ਬਣਵਾਉਣ ਤੱਕ ਮਹਿਦੂਦ ਨਹੀਂ ਸਨ। ਉਹਨਾਂ ਨੇ ਕਾਲਜ, ਸਕੂਲ, ਟ੍ਰੇਨਿੰਗ ਸੰਸਥਾਵਾਂ, ਲਾਇਬ੍ਰੇਰੀ, ਸਟੇਡੀਅਮ, ਸਿਵਲ ਅਤੇ ਪਸ਼ੂ ਹਸਪਤਾਲ, ਦਾਣਾ ਮੰਡੀਆਂ, ਬਾਜ਼ਾਰਾਂ, ਗਰੀਬ ਘਰਾਂ, ਸਰਾਂ ਅਤੇ ਘੰਟਾਘਰ ਵਰਗੀਆਂ ਜਨਤਕ ਇਮਾਰਤਾਂ ਵੀ ਬਣਵਾਈਆਂ। ਵੱਖ-ਵੱਖ ਮੰਤਵਾਂ ਲਈ ਬਣਾਈਆਂ ਇਮਾਰਤਾਂ ਬਾਰੇ ਅਸੀਂ ਅੱਗੇ ਗੱਲ ਕਰਦੇ ਹਾਂ। ਸਿੱਖਿਆ ਅਤੇ ਖੇਡਾਂ। ਫਰੀਦਕੋਟ ਰਿਆਸਤ ਦੇ ਰਾਜੇ, ਵਿਸ਼ੇਸ਼ ਤੌਰ 'ਤੇ ਰਾਜਾ ਹਰਿੰਦਰ ਸਿੰਘ, ਲੋਕਾਂ ਨੂੰ ਬਿਹਤਰੀਨ ਬਣਾਉਣ ਲਈ ਉਹਨਾਂ ਨੂੰ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਲਈ ਪ੍ਰਸਿੱਧ ਸੀ। ਰਾਜਾ ਬਿਕਰਮ ਸਿੰਘ ਨੇ ਆਪ ਫਾਰਸੀ ਦੀ ਸਿੱਖਿਆ ਅਤੇ ਇਸ ਤੋਂ ਇਲਾਵਾ ਅੰਗਰੇਜ਼ੀ ਅਤੇ ਉਰਦੂ ਦੀ ਸਿੱਖਿਆ ਵੀ ਲਈ। ਉਸ ਨੇ 1875 ਵਿੱਚ ਰਿਆਸਤ ਵਿੱਚ ਪਹਿਲੇ ਸਕੂਲ ਖੋਲ੍ਹੇ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇੰਗਲੈਂਡ ਵਿੱਚ ਵੀ ਆਮ ਲੋਕਾਂ ਨੂੰ ਸਿੱਖਿਅਤ ਕਰਨ ਦਾ ਬਿਹਤਰ ਸਮਾਂ 1870 ਦੇ ਐਲੀਮੈਂਟਰੀ ਐਜੂਕੇਸ਼ਨ ਐਕਟ ਨਾਲ ਸ਼ੁਰੂ ਹੋਇਆ ਸੀ, ਪਰ ਪੰਜਾਬ ਵਿੱਚ ਇਹ ਸਿੱਖਿਆ ਦਾ ਮੰਤਵ 1875 ਵਿੱਚ ਸ਼ੁਰੂ ਕੀਤਾ ਗਿਆ। 1906 ਤੇ 1907 ਵਿੱਚ ਕਾਉਂਸਲ ਆਫ ਐਡਮਿਨਿਸਟ੍ਰੇਸ਼ਨ ਸਿੱਖਿਆ ਲਾਜ਼ਮੀ ਕਰਨ ਲਈ ਵਿਚਾਰ ਕਰ ਰਹੀ ਸੀ। ਇਸ ਕੰਮ ਲਈ ਜ਼ਿਮੀਂਦਾਰਾਂ ਤੇ 1 ਪੈਸਾ ਪ੍ਰਤੀ ਕਮਾਊ ਟੈਕਸ ਲਾਇਆ ਗਿਆ। ਇਸ ਸਮੇਂ ਤੱਕ ਰਿਆਸਤ ਦੇ 40 ਪਿੰਡਾਂ ਵਿੱਚ ਸਕੂਲ ਖੋਲ੍ਹੇ ਗਏ ਸਨ। ਰਾਜਾ ਬ੍ਰਿਜਿੰਦਰ ਸਿੰਘ ਅਤੇ ਰਾਜਾ ਹਰਿੰਦਰ ਸਿੰਘ ਆਪ ਵੀ ਪੜ੍ਹੇ ਲਿਖੇ ਸਨ। ਬ੍ਰਿਜਿੰਦਰ ਸਿੰਘ ਨੇ 10 ਸਾਲ ਦੀ ਉਮਰ ਵਿੱਚ ਐਚਐਸਐਨ ਚੀਫਸ ਕਾਲਜ ਲਾਹੌਰ ਵਿਖੇ ਦਾਖਲਾ ਕਰਵਾਇਆ। ਵਿਦਿਆਰਥੀਆਂ ਦੇ ਪ੍ਰਸਤਾਵ ਲੇਖਣ ਮੁਕਾਬਲੇ ਵਿੱਚ ਉਸ ਦੇ ਲੇਖ ਨੂੰ ਗਾਡਲੇ ਮੈਡਲ ਪ੍ਰਾਪਤ ਹੋਇਆ। ਪਹਿਲੇ ਹੀ ਸਾਲ ਵਿੱਚ ਉਸਨੇ ਦੂਜਾ ਇਨਾਮ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਇਸ ਸੰਸਥਾ ਦੇ ਐਡਮਿਨਿਸਟ੍ਰੇਸ਼ਨ ਵਿਸ਼ੇ 'ਤੇ ਵੀ ਉਸ ਨੂੰ ਡਿਪਲੋਮਾ ਇਮਤਿਹਾਨ ਪਾਸ ਕਰਨ ਵਾਲਾ ਸੂਬੇ ਦਾ ਪਹਿਲਾ ਰਾਜਕੁਮਾਰ ਬਣਿਆ। ਲੱਗਦਾ ਹੈ ਕਿ ਉਹ ਚੰਗਾ ਪਾਠਕ ਵੀ ਸੀ। ਆਪਣੀ ਬੇਵਕਤ ਮੌਜ ਤੋਂ ਕੁਝ ਸਮਾਂ ਪਹਿਲਾਂ ਹੀ ਉਸਨੇ ਕਿਤਾਬ ਵੀ ਲਿਖੀ ਅਤੇ ਕਿਤਾਬਾਂ ਪੜ੍ਹਨ ਦਾ ਵੀ ਕਾਫੀ ਸ਼ੌਕ ਰੱਖਦਾ ਸੀ। ਰਾਜਾ ਹਰਿੰਦਰ ਸਿੰਘ ਅਤੇ ਉਸ ਦਾ ਭਰਾ ਮਨਜੀਤ ਇੰਦਰ ਸਿੰਘ ਨੇ ਵੀ ਲਾਹੌਰ ਦੇ ਇਸੇ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ। 1932 ਵਿੱਚ ਹਰਿੰਦਰ ਸਿੰਘ ਨੂੰ ਵਿਸ਼ਿਸ਼ਟਤਾ ਅਤੇ ਵਡਿਆਈ ਨਾਲ ਇਮਤਿਹਾਨ ਪਾਸ ਕਰਕੇ ਅੰਗਰੇਜ਼ੀ ਵਿਸ਼ੇ ਵਿੱਚ ਉਹ ਕਲਾਸ ਵਿੱਚੋਂ ਫਸਟ ਆਇਆ ਅਤੇ ਆਪਣੇ ਪਿਤਰਾਂ ਵਾਂਗੂ ਗਲਾਡੇ ਮੈਡਲ ਵੀ ਜਿੱਤਿਆ। ਇਤਿਹਾਸ ਅਤੇ ਭੂਗੋਲ ਵਿਸ਼ੇ 'ਤੇ ਉਸ ਦੀ ਟਾਪ ਪੋਜੀਸ਼ਨ ਰਹੀ। ਮੈਡਲ ਵੀ ਉਸ ਨੂੰ ਮਿਲਿਆ। ਸਿਰਫ ਸਿੱਖਿਆ ਦੇ ਖੇਤਰ ਵਿੱਚ ਹੀ ਨਹੀਂ, ਸਗੋਂ ਖੇਡਾਂ ਵਿੱਚ ਵੀ ਉਸ ਨੇ ਵਿਲੱਖਣਤਾ ਹਾਸਲ ਕੀਤੀ। ਰਿਆਸਤ ਦੇ ਹਾਕਮਾਂ ਨੇ ਜਨਤਾ ਦੀ ਸਿੱਖਿਆ ਵਿੱਚ ਵੀ ਕਾਫੀ ਰੁਚੀ ਵਿਖਾਈ। ਸੰਨ 1918 ਤੋਂ 1934 ਦਰਮਿਆਨ ਕਿਸੇ ਸਮੇਂ ਲਿਖ ਰਹੇ ਇੱਕ ਅੰਗਰੇਜ਼ੀ ਰਿਪੋਰਟਾਂ ਮੁਤਾਬਕ ਰਿਆਸਤ ਵਿੱਚ 50 ਪ੍ਰਾਇਮਰੀ ਸਕੂਲ ਸਨ, ਪਰ ਸਕੂਲਾਂ ਵਿੱਚ ਹਾਜ਼ਰੀ ਸੰਤੋਖਜਨਕ ਨਹੀਂ ਸੀ। ਡਾਇਰੈਕਟਰ ਪਬਲਿਕ ਇੰਸਟਰਕਸ਼ਨ ਮੁਤਾਬਕ ਇਸ ਦਾ ਕਾਰਨ ਲੋਕਾਂ ਵੱਲੋਂ ਪੜ੍ਹਾਈ ਵਿੱਚ ਰੁਚੀ ਨਾ ਲੈਣਾ ਸੀ। ਉਹ ਆਪਣੇ ਮੁੰਡਿਆਂ ਤੋਂ ਖੇਤੀ ਦਾ ਕੰਮ ਕਰਵਾਉਣ ਲਈ ਵਧੇਰੇ ਤਰਜੀਹ ਦਿੰਦੇ ਸਨ। ਪਰ ਇਹ ਰਿਪੋਰਟਰ ਲਿਖਦਾ ਹੈ ਕਿ ਰਿਆਸਤ ਦੇ ਸਕੂਲਾਂ ਵਿੱਚ ਦਿੱਤੀ ਜਾਂਦੀ ਸਿੱਖਿਆ ਦਾ ਪੱਧਰ ਸੰਤੋਖਜਨਕ ਸੀ। ਉਹ ਅੱਗੇ ਲਿਖਦਾ ਹੈ ਕਿ ਭਾਵੇਂ 1913 ਵਿੱਚ ਯੂਨੀਵਰਸਿਟੀ ਦੇ 10ਵੀਂ ਕਲਾਸ ਦੇ ਇਮਤਿਹਾਨ ਵਿੱਚ ਸਿਰਫ 33% ਵਿਦਿਆਰਥੀ ਪਾਸ ਹੋਏ, ਪਰ 1916 ਦਾ ਨਤੀਜਾ 93% ਸੀ। ਰਿਆਸਤ ਵਿੱਚ ਵਿਗਿਆਨ ਪੜ੍ਹਾਉਣਾ, ਹੱਥੀਂ ਕੰਮ ਸਿਖਾਉਣਾ, ਤਰਖਾਨੇ ਦੇ ਕੰਮ ਅਤੇ ਧਾਤ ਦੇ ਕੰਮ ਸਿਖਾਉਣ ਦਾ ਵੀ ਪ੍ਰਬੰਧ ਸੀ। ਰਿਆਸਤ ਵੱਲੋਂ ਹਰ ਸਾਲ 30,000 ਰੁਪਏ ਸਿੱਖਿਆ ਉੱਤੇ ਖਰਚੇ ਜਾਂਦੇ ਸਨ। ਫਰੀਦਕੋਟ ਰਿਆਸਤ ਦੇ ਹਾਕਮਾਂ ਨੇ ਸਿੱਖਿਆ ਲਈ ਨਿਮਨਲਿਖਤ ਇਮਾਰਤਾਂ ਦੀ ਉਸਾਰੀ ਕਰਵਾਈ। ਅਟੈਮਨੀ ਬਲਾਕ, ਲਾਹੌਰ ਮੈਡੀਕਲ ਕਾਲਜ, ਐਡਵਰਡ ਮੈਡੀਕਲ ਯੂਨੀਵਰਸਿਟੀ ਲਾਹੌਰ। ਹੁਣ ਇਸ ਇਮਾਰਤ ਵਿੱਚ ਮੈਡੀਕਲ ਕਾਲਜ ਦਾ ਅਟੈਮਨੀ ਵਿਭਾਗ ਹੈ। ਇਸ 'ਤੇ ਲੱਗੇ ਅਭਿਲੇਖ ਮੁਤਾਬਕ ਇਸ ਦੀ ਉਸਾਰੀ 1892 ਵਿੱਚ ਕਰਵਾਈ ਗਈ ਸੀ, ਜਦ ਫਰੀਦਕੋਟ ਰਿਆਸਤ ਦੀ ਗੱਦੀ 'ਤੇ ਰਾਜਾ ਬਿਕਰਮ ਸਿੰਘ ਵਿਰਾਜਮਾਨ ਸਨ। ਇਸ ਇਮਾਰਤ ਦਾ ਉੱਪਰੀ ਹਿੱਸਾ ਲਾਹੌਰ ਦੇ ਅਲਬਰਟ ਵਿਕਟਰ ਹਸਪਤਾਲ ਨਾਲ ਮਿਲਦਾ ਜੁਲਦਾ ਹੈ, ਜਿਸ ਆਧਾਰ 'ਤੇ ਆਰਕੀਟੈਕਚਰਲ ਨੇ ਇਤਿਹਾਸਕਾਰ ਪਰਵੇਜ਼ ਅਤੇ
ਸਯੇਦਾ ਵਡਾਲ ਅਨੁਮਾਨ ਲਾਉਂਦੇ ਹਨ ਕਿ ਇਸ ਨੂੰ ਡਿਜ਼ਾਈਨ ਕਰਨ ਵਾਲੇ ਵਿੱਚ ਜ਼ਰੂਰ ਉਸ ਸਮੇਂ ਦੇ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਦਾ ਹੱਥ ਹੋਵੇਗਾ। ਬਲਜਿੰਦਰਾ ਕਾਲਜ ਅਤੇ ਬਲਬੀਰ ਹਾਈ ਸਕੂਲ ਦੀ ਇਮਾਰਤ ਕੰਪਲੈਕਸ ਫਰੀਦਕੋਟ। ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਫਰੀਦਕੋਟ ਰਿਆਸਤਾਂ ਵਿੱਚ ਸਕੂਲ ਦੀ ਸ਼ੁਰੂਆਤ 1875 ਵਿੱਚ ਰਾਜਾ ਬਿਕਰਮ ਸਿੰਘ ਨੇ ਕਰਵਾਈ ਸੀ। ਅਪ੍ਰੈਲ 1901 ਵਿੱਚ ਰਿਆਸਤ ਦੇ ਮਿਡਲ ਸਕੂਲ ਦਾ ਦਰਜਾ ਵਧਾ ਕੇ ਇਸ ਨੂੰ ਐਂਗਲੋ ਵਰਕੂਲਰ ਹਾਈ ਸਕੂਲ ਬਣਾ ਦਿੱਤਾ ਗਿਆ ਅਤੇ ਇਸ ਦਾ ਨਾਮ ਬਲਬੀਰ ਇੰਸਟਾਲੇਸ਼ਨ ਹਾਈ ਸਕੂਲ ਰੱਖ ਦਿੱਤਾ ਗਿਆ। ਪਰ ਇਸ ਸਕੂਲ ਲਈ ਇਮਾਰਤਾਂ 22 ਸਾਲ ਮਗਰੋਂ 1913 ਵਿੱਚ ਤਿਆਰ ਕੀਤੀ ਗਈ। ਸਾਲ 1915 ਦੇ ਆਸ-ਪਾਸ ਇਸ ਸਕੂਲ ਵਿੱਚ 538 ਵਿਦਿਆਰਥੀ ਸਨ, ਜਿਨ੍ਹਾਂ ਵਿੱਚੋਂ 132 ਬੋਰਡਰ ਅਤੇ ਬਾਕੀ 70 ਵਿਦਿਆਰਥੀਆਂ ਲਈ ਹੋਰ ਬੋਰਡਰ ਵੀ ਬਣਵਾਈ ਗਏ। 1942 ਵਿੱਚ ਸੰਸਥਾ ਨੂੰ ਇੰਟਰਮੀਡੀਏਟ ਕਾਲਜ ਬਣਾ ਦਿੱਤਾ ਗਿਆ ਅਤੇ 2 ਸਾਲ ਮਗਰੋਂ ਡਿਗਰੀ ਕਾਲਜ। ਸਕੂਲ ਬ੍ਰਾਂਚ ਬੋਰਡਿੰਗ ਦੇ ਪੱਛਮੀ ਬਲਾਕ ਤੇ ਸ਼ਿਫਟ ਕਰਕੇ ਇਸ ਨੂੰ ਬਲਬੀਰ ਹਾਈ ਸਕੂਲ ਦਾ ਨਾਮ ਦਿੱਤਾ ਗਿਆ। 1948 ਵਿੱਚ ਜਦ ਇਹ ਰਿਆਸਤ ਪੈਪਸੂ ਦਾ ਭਾਗ ਬਣ ਗਿਆ ਤਾਂ ਕਾਲਜ ਅਤੇ ਦੋਵੇਂ ਸਰਕਾਰੀ ਹੋ ਗਏ। ਸਰਕਾਰੀ ਇਮਾਰਤ ਦੇ 3 ਪ੍ਰਮੁੱਖ ਹਿੱਸਿਆਂ ਵਿੱਚ ਉਸਾਰੀ ਗਈ। ਇਸ ਵਿਚਲਾ ਸਿੱਖਿਆ ਬਲਾਕ ਅਤੇ ਇਸ ਦੇ ਆਸ-ਪਾਸ ਦੇ ਬੋਰਡਿੰਗ ਬਲਾਕ ਪ੍ਰਿੰਸੀਪਲ ਦੀ ਰਿਹਾਇਸ਼ ਵੱਖਰੀ ਸੀ। ਮੁੱਖ ਇਮਾਰਤ ਵਿੱਚ ਹੁਣ ਬਲਜਿੰਦਰਾ ਕਾਲਜ ਹੈ। ਉੱਤਰੀ ਬੋਰਡਿੰਗ ਦੀ ਇਮਾਰਤ ਵਿੱਚ ਬਲਬੀਰ ਸਕੂਲ ਅਤੇ ਪੂਰਬੀ ਭਾਗ ਵਿੱਚ ਹਾਲੇ ਵੀ ਬੋਰਡਿੰਗ ਹੈ। ਇਮਾਰਤ ਦਾ ਉਸਾਰੀ ਵਰ੍ਹਾ 1913 ਵਿੱਚ ਇੱਕ ਪੁਰਾਤਨ ਪੱਥਰ ਤੇ ਦਰਜ ਹੈ ਜੋ ਕਿ ਇਮਾਰਤ ਦੀ ਛੱਤ ਤੇ ਪਿਆ ਹੈ। ਸਾਰੀ ਇਮਾਰਤ ਤੇ 73,000 ਰੁਪਏ ਖਰਚ ਆਏ ਸਨ ਉਹਨਾਂ ਸਮਿਆਂ ਦੇ ਵਿੱਚ। ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਫਰੀਦਕੋਟ। ਇਹ ਇਮਾਰਤ ਬਲਬੀਰ ਹਾਈ ਸਕੂਲ ਦੇ ਸਾਹਮਣੇ ਹੈ। 1972 ਤੋਂ ਇਸ ਵਿੱਚ ਬੀਐਡ ਕਾਲਜ ਹੈ। ਕਹਿੰਦੇ ਹਨ ਕਿ ਅਸਲ ਵਿੱਚ ਇਹ ਇਮਾਰਤ ਬਲਜਿੰਦਰਾ ਹਾਈ ਸਕੂਲ ਦੀ ਪ੍ਰਾਇਮਰੀ ਬ੍ਰਾਂਚ ਦੀ ਉਸਾਰੀ ਲਈ ਕੀਤੀ ਗਈ। 1945 ਵਿੱਚ ਇਸ ਵਿੱਚ ਬਿਕਰਮ ਕਾਲਜ ਆਫ ਕਾਮਰਸ ਬਣਾ ਦਿੱਤਾ ਗਿਆ, ਜੋ 1956 ਵਿੱਚ ਪੈਪਸੂ ਨੂੰ ਪੰਜਾਬ ਵਿੱਚ ਮਿਲਾ ਜਾਣ ਤੋਂ ਬਾਅਦ ਪਟਿਆਲੇ ਤਬਦੀਲ ਕਰ ਦਿੱਤਾ ਗਿਆ। ਲੰਬਾ ਸਮਾਂ ਇਸ ਇਮਾਰਤ ਵਿੱਚ ਲੜਕਿਆਂ ਦਾ JBT ਸਕੂਲ ਵੀ ਰਿਹਾ। ਮਨਜੀਤ ਇੰਦਰ ਹਾਈ ਸਕੂਲ ਹੁਣ ਸਰਕਾਰੀ ਸੈਕੰਡਰੀ ਸਕੂਲ ਲੜਕੇ ਜੋ ਕਿ ਕੋਟਕਪੂਰਾ 'ਚ ਸਥਿਤ ਹੈ। ਹੁਣ ਇਸ ਦਾ ਨਾਮ ਬਦਲ ਕੇ ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਖ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤ ਪ੍ਰਾਇਮਰੀ ਸਕੂਲ ਦੇ ਤੌਰ ਤੇ ਹੋਈ ਸੀ, ਜਿਸ ਨੂੰ ਛੇਤੀ ਹੀ ਮਿਡਲ ਬਣਾ ਦਿੱਤਾ ਗਿਆ। ਪਰ 1906-07 ਤੋਂ ਪਹਿਲਾਂ ਕਿਸੇ ਸਮੇਂ ਵਿਦਿਆਰਥੀਆਂ ਦੀ ਘਾਟ ਕਾਰਨ ਫਿਰ ਲੋਅਰ ਪ੍ਰਾਇਮਰੀ ਸਕੂਲ ਹੀ ਕਰ ਦਿੱਤਾ ਗਿਆ। ਸਥਾਨਕ ਲੋਕਾਂ ਦੀ ਮੰਗ ਤੇ ਇਸ ਦਾ ਦਰਜਾ ਮੁੜ ਮਿਡਲ ਕਰ ਦਿੱਤਾ ਗਿਆ। 1915 ਦੇ ਸਟੇਟ ਗੈਜ਼ਟੀਅਰ ਵਿੱਚ ਇਸ ਦਾ ਨਾਮ ਐਂਗਲੋ ਵਰਕੂਲਰ ਮਿਡਲ ਸਕੂਲ ਹੈ। 1934 ਚ ਜਦੋਂ ਰਾਜਾ ਹਰਿੰਦਰ ਸਿੰਘ ਦੀ ਤਾਜਪੋਸ਼ੀ ਹੋਣ ਤੇ ਉਸਨੇ ਆਪਣੇ ਭਰਾ ਮਨਜੀਤ ਇੰਦਰ ਸਿੰਘ ਦੇ ਨਾਂ ਤੇ ਇਸ ਨੂੰ ਮਨਜੀਤ ਇੰਦਰ ਹਾਈ ਸਕੂਲ ਬਣਾ ਦਿੱਤਾ ਗਿਆ। 1962 ਵਿੱਚ ਇਹ ਹਾਇਰ ਸੈਕੰਡਰੀ ਸਕੂਲ ਬਣਿਆ ਅਤੇ 1986 ਵਿੱਚ ਸੀਨੀਅਰ ਸੈਕੰਡਰੀ ਸਕੂਲ। 1915 ਦੇ ਸਟੇਟ ਗੈਜ਼ਟੀਅਰ ਮੁਤਾਬਕ ਇਸ ਦੀ ਮੁੱਖ ਇਮਾਰਤ ਕੌਂਸਲ ਆਫ ਏਜੰਸੀ ਵਿੱਚ ਉਸਾਰੀ ਗਈ ਸੀ। ਡਿਸਟ੍ਰਿਕਟ ਇੰਸਟੀਚਿਊਟ ਆਫ ਐਲੀਮੈਂਟਰੀ ਟ੍ਰੇਨਿੰਗ ਫਰੀਦਕੋਟ। ਇਹ ਸ਼ਹਿਰ ਦੀ ਡੋਗਰ ਬਸਤੀ ਦੇ ਸਾਹਮਣੇ ਮੋਰੀ ਗੇਟ ਦੇ ਨੇੜੇ ਸਥਿਤ ਹੈ। ਪੱਕਾ ਨਹੀਂ ਪਤਾ ਕਿ ਅਸਲ ਵਿੱਚ ਇਸ ਇਮਾਰਤ ਦੀ ਉਸਾਰੀ ਕਿਸ ਸੰਸਥਾ ਵੱਲੋਂ ਕਰਵਾਈ ਗਈ ਸੀ, ਪਰ 1947 ਤੋਂ ਕੁਝ ਸਮਾਂ ਪਹਿਲਾਂ ਇਸ ਵਿੱਚ ਪ੍ਰਾਇਮਰੀ ਸਕੂਲ ਸੀ। 1950 ਵਿੱਚ ਇੱਥੇ ਲੜਕੀਆਂ ਦਾ JBT ਸਕੂਲ ਵੀ ਖੋਲ੍ਹਿਆ ਗਿਆ ਅਤੇ ਫਿਰ ਡਾਈਟ ਡਿਸਟ੍ਰਿਕਟ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਟ੍ਰੇਨਿੰਗ ਸਕੂਲ ਵੀ ਖੋਲ੍ਹਿਆ ਗਿਆ। ਰਾਣੀ ਨਰਿੰਦਰ ਕੌਰ ਗਰਲਜ਼ ਹਾਈ ਸਕੂਲ ਫਰੀਦਕੋਟ। ਇਹ ਸਕੂਲ ਫਰੀਦਕੋਟ ਦੇ ਕਿਲ੍ਹੇ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਕੁਝ ਦੂਰੀ ਤੇ ਸਥਿਤ ਸੀ। 1888 ਵਿੱਚ ਇਸ ਨੂੰ ਪ੍ਰਾਇਮਰੀ ਸਕੂਲ ਦੇ ਤੌਰ ਤੇ ਸ਼ੁਰੂ ਕੀਤਾ ਗਿਆ। ਮਗਰੋਂ ਰਾਜਾ ਹਰਿੰਦਰ ਸਿੰਘ ਨੇ ਇਸ ਨੂੰ ਹਾਈ ਸਕੂਲ ਬਣਾ ਕੇ ਇਸ ਦਾ ਨਾਂ ਆਪਣੀ ਰਾਣੀ ਨਰਿੰਦਰ ਕੌਰ ਦੇ ਨਾਂ ਤੇ ਰੱਖ ਦਿੱਤਾ। 1915 ਵਿੱਚ ਇਸ ਵਿੱਚ ਕੁੱਲ 82 ਵਿਦਿਆਰਥੀ ਪੜ੍ਹਦੇ ਸਨ। ਰਾਓ ਬਰਾੜ ਹਾਈ ਸਕੂਲ ਮੱਤਾ। ਕੋਟਕਪੂਰੇ ਤੋਂ 15 ਕਿਲੋਮੀਟਰ ਦੱਖਣ ਵੱਲ ਪਿੰਡ ਮੱਤਾ ਹੈ, ਜਿਸ ਦੇ ਸਕੂਲ ਵਿੱਚ ਲੱਗੇ ਹੋਏ ਨੀਂਹ ਪੱਥਰ ਮੁਤਾਬਕ ਇਸ ਸਕੂਲ ਦੀ ਸਥਾਪਨਾ ਲੈਫਟੀਨੈਂਟ ਕਰਨਲ ਹਜ ਹਾਈਨਸ ਰਾਜਾ ਸਰ ਹਰਿੰਦਰ ਸਿੰਘ ਬਰਾੜ ਵੰਸ਼ ਬਹਾਦਰ ਫਰੀਦਕੋਟ ਰਿਆਸਤ ਦੇ ਹਾਕਮ ਨੇ 16 ਅਗਸਤ 1946 ਵਿੱਚ ਕੀਤੀ। ਰਾਓ ਬਰਾੜ ਰਾਜਾ ਹਰਿੰਦਰ ਸਿੰਘ ਦਾ ਪੁਰਖਾ ਸੀ, ਜਿਸ ਕਰਕੇ ਇਹਨਾਂ ਦੀ ਬਰਾਦਰੀ ਦਾ ਨਾਮ ਬਰਾੜ ਪਿਆ। ਬਲਬੀਰ ਪਬਲਿਕ ਲਾਇਬ੍ਰੇਰੀ। ਇਹ ਲਾਇਬ੍ਰੇਰੀ ਕੌਂਸਲ ਕੋਠੀ ਦੇ ਉੱਤਰ ਪੂਰਬੀ ਕੋਨੇ ਦੇ ਨਾਲ ਸੀ।
ਹੁਣ ਇਸ ਵਿੱਚ ਪਬਲਿਕ ਵਰਕਸ ਡਿਪਾਰਟਮੈਂਟ ਦਾ ਬ੍ਰਾਂਚ ਦਾ ਦਫ਼ਤਰ ਹੈ। ਸ਼ੁਰੂ ਵਿੱਚ ਲਾਇਬ੍ਰੇਰੀ ਵਿੱਚ 2000 ਕਿਤਾਬਾਂ ਸਨ, ਜਿਨ੍ਹਾਂ ਦਾ ਵਿਸ਼ਾ ਫੰਕਸ਼ਨ, ਕਾਨੂੰਨ, ਇਤਿਹਾਸ, ਸਾਇੰਸ ਅਤੇ ਧਰਮ ਸੀ। 1906-07 ਤੱਕ ਕਿਤਾਬਾਂ ਦੀ ਗਿਣਤੀ 2298 ਹੋ ਗਈ। ਇਹ ਕਿਤਾਬਾਂ ਅੰਗਰੇਜ਼ੀ, ਫਾਰਸੀ, ਉਰਦੂ, ਗੁਰਮੁਖੀ ਅਤੇ ਸ਼ਾਸਤਰੀ ਵਿੱਚ ਸਨ। 1934 ਦੇ ਆਲੇ ਦੁਆਲੇ ਕਿਤਾਬਾਂ ਦੀ ਗਿਣਤੀ ਤਕਰੀਬਨ 4500 ਹੋ ਗਈ। ਇਹਨਾਂ ਵਿੱਚੋਂ ਕੁਝ ਹੁਣ ਵੀ ਸਰਕਾਰੀ ਬਲਜਿੰਦਰਾ ਕਾਲਜ ਦੀ ਲਾਇਬ੍ਰੇਰੀ ਵਿੱਚ ਸੁਰੱਖਿਅਤ ਹਨ। ਬਲਵੀਰ ਲਾਇਬ੍ਰੇਰੀ ਸਮਤ ਵਿੱਚ 1957 ਵਿੱਚ ਖੋਲ੍ਹੀ ਗਈ। ਗੈਜ਼ਟੀਅਰ ਮੁਤਾਬਕ ਰਿਆਸਤ ਦੇ ਇੱਕ ਭੂਤਪੂਰਵ ਮੰਤਰੀ ਨੂੰ ਅੰਗਰੇਜ਼ੀ ਸਾਹਿਤ ਦਾ ਸ਼ੌਕ ਸੀ। ਉਸੇ ਨੇ ਇਸ ਲਾਇਬ੍ਰੇਰੀ ਦੀ ਸਥਾਪਨਾ ਕੀਤੀ। ਸੰਭਾਵਿਤ ਤੌਰ 'ਤੇ ਇਹ ਮੰਤਰੀ ਰਾਜਾ ਬਲਵੀਰ ਸਿੰਘ ਦੇ ਕਾਲ ਦਾ ਸੀ। 1942 ਵਿੱਚ ਜਦੋਂ ਬਲਜਿੰਦਰਾ ਹਾਈ ਸਕੂਲ ਨੂੰ ਬਲਜਿੰਦਰਾ ਕਾਲਜ ਬਣਾ ਦਿੱਤਾ ਗਿਆ ਤਾਂ ਬਲਵੀਰ ਲਾਇਬ੍ਰੇਰੀ ਦੇ ਸੰਗ੍ਰਹਿ ਇਸ ਨੂੰ ਵੀ ਲਾਇਬ੍ਰੇਰੀ ਵਿੱਚ ਭੇਜ ਦਿੱਤਾ ਗਿਆ। ਕਾਲਜ ਲਾਇਬ੍ਰੇਰੀ ਦੇ ਪਹਿਲੇ ਲਾਇਬ੍ਰੇਰੀਅਨ ਹੰਸਰਾਜ ਜੈਨ ਨੇ ਦੱਸਿਆ ਕਿ ਉਹ ਆਪ ਇਹ ਕਿਤਾਬਾਂ ਕਾਲਜ ਲਾਇਬ੍ਰੇਰੀ ਵਿੱਚ ਲੈ ਕੇ ਗਿਆ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਸੰਗ੍ਰਹਿ ਦੀਆਂ 1000 ਤੋਂ ਵੱਧ ਕਿਤਾਬਾਂ ਡਾਕਟਰ ਗੰਡਾ ਸਿੰਘ ਵੀ ਲੈ ਗਿਆ। ਹੋ ਸਕਦਾ ਹੈ ਕਿ ਇਹ ਕਿਤਾਬਾਂ ਪੈਪਸੂ ਆਰਕੀਵਾਈਜ਼ ਪਟਿਆਲਾ ਲੈ ਗਿਆ ਹੋਵੇ, ਜਿਸ ਦਾ ਉਹ 1949 ਵਿੱਚ ਡਾਇਰੈਕਟਰ ਵੀ ਨਿਯੁਕਤ ਹੋਇਆ ਸੀ। ਵਿਕਟਰੀ ਸਟੇਡੀਅਮ ਫਰੀਦਕੋਟ। ਵਿਕਟਰੀ ਸਟੇਡੀਅਮ, ਜਿਸ ਦਾ ਨਾਮ ਬਦਲ ਕੇ ਹੁਣ ਨਹਿਰੂ ਸਟੇਡੀਅਮ ਕਰ ਦਿੱਤਾ ਗਿਆ ਹੈ, ਇਹ ਬਲਜਿੰਦਰਾ ਕਾਲਜ ਦੇ ਬਿਲਕੁਲ ਸਾਹਮਣੇ ਸਥਿਤ ਹੈ। ਇਸ ਦੀ ਮੁੱਖ ਇਮਾਰਤ ਦੇ ਅੰਦਰ ਲੱਗੇ ਦੋ ਉਲੇਖਾਂ ਮੁਤਾਬਕ 1939 ਅਤੇ 45 ਦੀ ਯੂਰਪੀ ਜੰਗ ਵਿੱਚ ਮਹਾਰਾਜਾ ਫਰੀਦਕੋਟ ਦੀਆਂ ਫੌਜਾਂ ਦੀ ਜਿੱਤ ਯਾਦਗਾਰ ਤੌਰ 'ਤੇ ਇਸ ਸਟੇਡੀਅਮ ਦਾ ਨੀਂਹ ਪੱਥਰ 14 ਮਈ 1945 ਦੇ ਦਿਨ ਰਾਜਾ ਹਰਿੰਦਰ ਸਿੰਘ ਨੇ ਰੱਖਿਆ ਅਤੇ ਇਸ ਦਾ ਉਦਘਾਟਨ ਪੰਜਾਬ ਸਟੇਟ ਦੇ ਰੈਜ਼ੀਡੈਂਟ ਮਿਸਟਰ ਜੇ.ਐਥ ਥਾਮਪਸਨ ਨੇ 20 ਨਵੰਬਰ 1945 ਦੇ ਦਿਨ ਕੀਤਾ। 1947 ਤੋਂ ਬਾਅਦ ਇਸ ਦਾ ਨਾਮ ਵਿਕਟਰੀ ਸਟੇਡੀਅਮ ਤੋਂ ਬਦਲ ਕੇ ਨਹਿਰੂ ਸਟੇਡੀਅਮ ਕਰ ਦਿੱਤਾ ਗਿਆ। ਅੱਗੇ ਗੱਲ ਕਰਦੇ ਹਾਂ ਜਨਤਕ ਸਿਹਤ ਸੇਵਾਵਾਂ ਦੀ, ਜੋ ਫਰੀਦਕੋਟ ਰਿਆਸਤ ਦੇ ਸਮੇਂ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਗਈਆਂ, ਉਸ ਦੇ ਬਾਰੇ ਅਸੀਂ ਅੱਗੇ ਵੀਡੀਓ 'ਚ ਜ਼ਿਕਰ ਕਰਦੇ ਹਾਂ। ਦਵਾਖਾਨਾ ਜਾਂ ਮਹਾਫਿਜ਼ ਖਾਨਾ ਫਰੀਦਕੋਟ। ਇਹ ਇਮਾਰਤ ਕਿਲ੍ਹੇ ਦੇ ਦੱਖਣੀ ਕੰਧ ਦੇ ਨੇੜੇ ਹੈ। 1984 ਵਿੱਚ ਇਸ 2 ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ। ਹੁਣ ਇਸ ਇਮਾਰਤ ਨੂੰ ਮਹਾਫਜ਼ ਖਾਨਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਦਾ ਮਤਲਬ ਹੈ ਰਿਕਾਰਡ ਰੂਮ। ਇਹ ਬਰਾੜ ਵੰਸ਼ ਵਿੱਚ ਰਾਜਾ ਬਿਕਰਮ ਸਿੰਘ ਵੱਲੋਂ ਉਸਾਰੀ ਗਈ ਦਵਾਖਾਨਾ ਦੀ 2 ਮੰਜ਼ਲੀ ਇਮਾਰਤ ਦਾ ਜ਼ਿਕਰ ਹੈ। 1908 ਦੇ ਪੰਜਾਬ ਗੈਜ਼ਟੀਅਰ ਵਿੱਚ ਵੀ ਫਰੀਦਕੋਟ ਵਿਖੇ ਚੈਰੀਟੇਬਲ ਡਿਸਪੈਂਸਰੀ ਦਾ ਜ਼ਿਕਰ ਹੈ। ਸ਼ਾਇਦ ਦਵਾਖਾਨੇ ਦੀ ਇਮਾਰਤ ਇਹੋ ਹੋਵੇ ਅਤੇ 1931 ਵਿੱਚ ਹਰਿੰਦਰਾ ਹਸਪਤਾਲ ਦੀ ਉਸਾਰੀ ਮਗਰੋਂ ਇਹ ਇਮਾਰਤ ਮਹਾਫਿਜ਼ ਖਾਨਾ ਲਈ ਵਰਤੀ ਜਾਣ ਲੱਗੀ ਹੋਵੇ। ਕੁਝ ਅਰਸੇ ਲਈ ਇਸ ਇਮਾਰਤ ਦੀ ਦੂਸਰੀ ਮੰਜ਼ਲ ਨੂੰ ਰਿਆਸਤ ਦਾ ਬ੍ਰੌਡਕਾਸਟ ਰੇਡੀਓ ਲਈ ਵੀ ਵਰਤਿਆ ਜਾਂਦਾ ਰਿਹਾ। ਡਿਸਪੈਂਸਰੀ ਕੋਟਕਪੂਰਾ। ਇਹ ਵਰਤਮਾਨ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਸਥਿਤ ਸੀ। ਇੱਥੇ ਇੱਕ MBBS ਡਾਕਟਰ ਇਸ ਦਾ ਇੰਚਾਰਜ ਹੁੰਦਾ ਸੀ। ਲੇਡੀ ਡੇਨ ਰਾਣੀ ਸੂਰਜ ਕੌਰ ਜਨਾਨਾ ਹਸਪਤਾਲ ਫਰੀਦਕੋਟ। ਹੁਣ ਇਹ ਇਮਾਰਤ ਘੰਟਾ ਘਰ ਦੇ ਨਜ਼ਦੀਕ ਭਾਈ ਕਨਈਆ ਚੌਂਕ ਵਿੱਚ ਸਥਿਤ ਹੈ। ਇਸ ਉੱਪਰ 3 ਅਭਿਲੇਖ ਹਨ, ਜਿਨ੍ਹਾਂ ਵਿੱਚੋਂ ਇੱਕ ਮੁਤਾਬਕ ਇਸ ਹਸਪਤਾਲ ਦਾ ਬੁਨਿਆਦੀ ਪੱਥਰ 1 ਮਾਰਚ 1911 ਦੇ ਦਿਨ ਲੇਡੀ ਡੇਨ ਨੇ ਰੱਖਿਆ ਸੀ। 2 ਹੋਰ ਅਲੇਖਾਂ ਵਿੱਚ ਇਹੋ ਇਬਾਰਤ ਉਰਦੂ ਅਤੇ ਅੰਗਰੇਜ਼ੀ ਵਿੱਚ ਖੁਣੀ ਹੋਈ ਹੈ। ਇੱਕ ਹੋਰ ਅਭਿਲੇਖ ਵਿੱਚ ਇਸ ਹਸਪਤਾਲ ਨੂੰ 12 ਮਾਰਚ 1912 ਦੇ ਦਿਨ ਲੇਡੀ ਡੇਨ ਦੇ ਰਾਹੀਂ ਹਸਪਤਾਲ ਦੇ ਉਦਘਾਟਨ ਦਾ ਜ਼ਿਕਰ ਮਿਲਦਾ ਹੈ। 1934 ਵਿੱਚ ਇਸ ਹਸਪਤਾਲ ਦੀ ਲੇਡੀ ਡਾਕਟਰ MBBS ਡਿਗਰੀ ਸ਼ੁਦਾ ਸੀ, ਜਿਸ ਨੂੰ ਰਿਆਸਤ ਦੇ ਖਰਚੇ ਤੇ ਦਿੱਲੀ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿਖੇ ਪੜ੍ਹਾਇਆ ਜਾਂਦਾ ਸੀਗਾ। ਇਹ ਤਸਵੀਰਾਂ ਦੇ ਵਿੱਚ ਤੁਸੀਂ ਲੇਡੀ ਡੇਨ ਸੂਰਜ ਕੌਰ ਜਨਾਨਾ ਹਸਪਤਾਲ ਨੂੰ ਦੇਖ ਸਕਦੇ ਹੋ ਅਤੇ ਇਸ ਤੋਂ ਇਲਾਵਾ ਫਰੀਦਕੋਟ ਲੇਡੀ ਡੇਨ ਸੂਰਜ ਕੌਰ ਜਨਾਨਾ ਹਸਪਤਾਲ ਦੇ ਇੰਗਲਿਸ਼ ਵਿੱਚ ਲਿਖੇ ਅਭਿਲੇਖ 1 ਅਤੇ ਦੂਜੇ ਨੰਬਰ ਉਰਦੂ ਅਤੇ ਗੁਰਮੁਖੀ ਭਾਸ਼ਾ ਵਿੱਚ ਲਿਖੇ ਅਭਿਲੇਖ ਮਿਲਦੇ ਹਨ। ਹਰਿੰਦਰਾ ਹਸਪਤਾਲ ਫਰੀਦਕੋਟ। ਇਹ ਹਸਪਤਾਲ ਘੰਟਾ ਘਰ ਤੋਂ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ ਦੇ ਅੱਧ ਵਿਚਕਾਰ ਸਥਿਤ ਹੈ। ਹੁਣ ਇਸ ਵਿੱਚ ਸਿਵਲ ਸਰਜਨ ਦਾ ਦਫ਼ਤਰ ਅਤੇ ਸਿਵਲ ਹਸਪਤਾਲ ਮੌਜੂਦ ਹੈ। ਹਸਪਤਾਲ ਦੇ ਇੱਕ ਸਮਕਾਲੀ ਵੇਰਵੇ ਤੋਂ ਪਤਾ ਲੱਗਦਾ ਹੈ ਕਿ ਇਸ ਵਿੱਚ 40 ਇੰਡੋਰ ਮਰੀਜ਼ਾਂ ਲਈ ਅਤੇ 6 ਫੈਮਿਲੀ ਵਾਰਡਾਂ ਦਾ ਪ੍ਰਬੰਧ ਸੀ। ਇਸ ਵਿੱਚ ਆਧੁਨਿਕ ਜੰਤਰ, ਮਸ਼ੀਨਾਂ, ਐਕਸ-ਰੇ ਲੈਬੋਰੇਟਰੀ, ਆਪਰੇਸ਼ਨ ਥੀਏਟਰ,
ਬੇਹੋਸ਼ ਕਰਨ ਵਾਲਾ ਕਮਰਾ ਤੇ ਸ਼ੂਗਰ ਦੀਆਂ ਬਿਮਾਰੀਆਂ ਲਈ ਇੱਕ ਵੱਖਰਾ ਬਲਾਕ ਬਣਿਆ ਹੋਇਆ ਸੀ। ਹਲਕੇ ਕੁੱਤੇ ਦੇ ਕੱਟਣ ਦਾ ਇਲਾਜ ਵੀ ਇਸ ਹਸਪਤਾਲ ਵਿੱਚ ਮੌਜੂਦ ਸੀ ਅਤੇ ਮੈਟਰਨਿਟੀ ਵਾਰਡ ਇਸ ਹਸਪਤਾਲ ਦੇ ਵਿੱਚ ਬਾਅਦ ਵਿੱਚ ਉਸਾਰਿਆ ਗਿਆ। ਸੋ ਹਸਪਤਾਲ ਦੀ ਇਮਾਰਤ ਦੇ ਮੁੱਖ ਪ੍ਰਵੇਸ਼ ਦਲਾਨ ਦੀ ਕੰਧ ਤੇ ਇੱਕ ਰੌਚਕ ਚਿੰਨ੍ਹ ਹੈ ਜੋ ਇਸ ਵਿੱਚ ਦੋ ਸੱਪ ਆਪਸ ਵਿੱਚ ਲਿਪਟੇ ਵਿਖਾਈ ਦਿੱਤੇ ਗਏ ਹਨ। ਯੂਨਾਨੀ ਮਿਥਿਹਾਸ ਦੇ ਵਿੱਚ ਇਸ ਚਿੰਨ੍ਹ ਨੂੰ ਗਿਆਡੂਕਸ ਕਿਹਾ ਜਾਂਦਾ ਹੈ। ਏਸ਼ੀਆ ਅਤੇ ਯੂਰਪ ਵਿੱਚ ਇਸ ਦੀ ਵਰਤੋਂ ਪੁਰਾਤਨ ਸਮਿਆਂ ਤੋਂ ਹੋ ਰਹੀ ਹੈ। ਮੈਸੋਪੋਟਾਮੀਆ ਦੀ ਸਭਿਅਤਾ ਦੇ ਲੋਕ ਇਸ ਨੂੰ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਵਾਲੇ ਦੇਵਤੇ ਦਾ ਪ੍ਰਤੀਕ ਮੰਨਦੇ ਹਨ। ਇਸ ਇਮਾਰਤ ਉੱਪਰ 5 ਅਭਿਲੇਖ ਲੱਗੇ ਹਨ। ਪ੍ਰਵੇਸ਼ ਦੌਰਾਨ ਦੀ ਉੱਤਰੀ ਕੰਧ ਵਿੱਚ ਲੱਗੇ ਅਭਿਲੇਖ ਮੁਤਾਬਕ ਇਸ ਹਸਪਤਾਲ ਦਾ ਨੀਂਹ ਪੱਥਰ 8 ਮਾਰਚ 1929 ਦੇ ਦਿਨ ਪੰਜਾਬ ਸਟੇਟ ਦੇ ਗਵਰਨਰ ਜਨਰਲ ਏਜੰਟ ਮਿਸਟਰ JAO ਫਿਟਜ਼ਪੈਟਰਿਕ ਨੇ ਰੱਖੀ ਸੀ। ਦੂਸਰੇ ਅਭਿਲੇਖ ਵਿੱਚ ਇਹੋ ਇਬਾਰਤ ਗੁਰਮੁਖੀ ਅਤੇ ਉਰਦੂ ਵਿੱਚ ਦਰਜ ਹੈ। ਤੀਸਰੇ ਅਭਿਲੇਖ ਦੇ ਮੁਤਾਬਕ ਫਿਟਜ਼ਪੈਟਰਿਕ ਨੇ ਇਸ ਹਸਪਤਾਲ ਦਾ 19 ਨਵੰਬਰ 1931 ਦੇ ਦਿਨ ਉਦਘਾਟਨ ਕੀਤਾ। ਚੌਥਾ ਅਭਿਲੇਖ ਮੈਟਰਨਿਟੀ ਵਾਰਡ ਦੀ ਕੰਧ ਤੇ ਹੈ ਜਿਸ ਮੁਤਾਬਕ ਇਸ ਦਾ ਨੀਂਹ ਪੱਥਰ 5 ਵਿਸਾਖ 2003 ਦੇ ਦਿਨ ਸਰਦਾਰ ਇੰਦਰ ਸਿੰਘ ਨੇ ਰੱਖਿਆ ਅਤੇ ਪੰਜਵਾਂ ਅਭਿਲੇਖ 28 ਜਨਵਰੀ 1947 ਦੇ ਦਿਨ ਉਦਘਾਟਨ ਮਲੇਰਕੋਟਲਾ ਰਿਆਸਤ ਦੇ ਵਲੀਆਦ ਟਿੱਕਾ ਇਫਤਿਆਰ ਅਲੀ ਖਾਨ ਨੇ ਕੀਤਾ ਸੀ। ਇਸ ਇਮਾਰਤ ਦਾ ਡਿਜ਼ਾਈਨ ਵੀ ਸ਼ਿਮਲੇ ਵਸੇ ਉਸੇ ਜਰਮਨ ਆਰਕੀਟੈਕਟ ਰੋਲੈਂਡ ਹਟਜ਼ ਨੇ ਬਣਾਇਆ ਸੀ ਜਿਸ ਨੇ ਸੈਕਟਰੀਏਟ ਦੀ ਇਮਾਰਤ ਡਿਜ਼ਾਈਨ ਤਿਆਰ ਕੀਤਾ ਸੀ। ਇਸ ਦੀ ਉਸਾਰੀ ਤੇ 2 ਲੱਖ ਰੁਪਏ ਖਰਚਾ ਆਇਆ ਸੀ। ਕੁਈਨ ਮੇਰੀ ਜਨਰਲ ਹਸਪਤਾਲ ਕੋਟਕਪੂਰਾ ਫਰੀਦਕੋਟ ਸੜਕ ਤੇ ਸਥਿਤ ਹੈ ਤੇ ਅਜੇ ਵੀ ਵਰਤੋਂ ਵਿੱਚ ਹੈ। ਇਸ ਦਾ ਹਸਪਤਾਲ ਇਮਾਰਤਾਂ ਦੇ ਸਾਹਮਣੇ ਪ੍ਰਵੇਸ਼ ਦਲਾਨ ਹੈ ਜਿਸ ਦੀਆਂ ਦੀਵਾਰਾਂ ਤੇ 2 ਅਭਿਲੇਖ ਲੱਗੇ ਹਨ। ਉੱਤਰੀ ਕੰਧ ਵਾਲੇ ਪੱਥਰ ਮੁਤਾਬਕ ਮਹਾਰਾਣੀ ਮੇਰੀ ਦੇ ਰਾਜ ਦੀ ਸਿਲਵਰ ਜੁਬਲੀ ਮੌਕੇ ਤੇ ਮਈ 1935 ਵਿੱਚ ਇਸ ਹਸਪਤਾਲ ਦਾ ਨੀਂਹ ਪੱਥਰ ਰਾਜਾ ਹਰਿੰਦਰ ਸਿੰਘ ਬਰਾੜ ਨੇ ਰੱਖਿਆ। ਦੂਸਰੇ ਪੱਥਰ ਮੁਤਾਬਕ ਇਸ ਹਸਪਤਾਲ ਦਾ ਉਦਘਾਟਨ ਪੰਜਾਬ ਰਿਆਸਤਾਂ ਦੇ ਗਵਰਨਰ ਜਨਰਲ ਏਜੰਟ ਕਰਨਲ H ਵਿਲਫੋਰਸ ਬੈਲ ਨੇ 21 ਨਵੰਬਰ 1936 ਦੇ ਦਿਨ ਕੀਤਾ। ਕੁਝ ਸਾਲ ਪਹਿਲਾਂ ਹੀ ਇਸ ਪੁਰਾਤਨ ਇਮਾਰਤ ਦੇ ਮੂਹਰੇ ਨਵੀਂ ਇਮਾਰਤ ਦੀ ਉਸਾਰੀ ਕੀਤੀ ਜਾ ਚੁੱਕੀ ਹੈ ਜਿਸ ਕਾਰਨ ਇਹ ਲੁੱਕ ਗਿਆ। ਰੱਲੇਵਾਲ ਵੈਟਰਨਰੀ ਹਸਪਤਾਲ ਕੋਟਕਪੂਰਾ ਇਹ ਪਸ਼ੂ ਹਸਪਤਾਲ ਸਿਵਲ ਹਸਪਤਾਲ ਦੇ ਬਿਲਕੁਲ ਨਾਲ ਹੈ ਪਰ ਇਸ ਦੀ ਪੁਰਾਣੀ ਇਮਾਰਤ ਨੂੰ ਢਵਾ ਕੇ ਇਸ ਦੀ ਥਾਂ ਤੇ ਨਵੀਂ ਇਮਾਰਤ ਦੀ ਉਸਾਰੀ ਕਰਵਾਈ ਗਈ। ਪੁਰਾਣੀ ਇਮਾਰਤ ਦੇ ਮੱਥੇ ਤੇ ਇਸ ਦਾ ਨਾਮ ਰੱਲੇਵਾਲ ਵੈਟਰਨਰੀ ਹਸਪਤਾਲ ਲਿਖਿਆ ਹੋਇਆ ਹੈ ਜਿਸ ਮੁਤਾਬਕ ਜਨਵਰੀ 1940 ਦੇ ਦਿਨ ਇਸ ਦਾ ਉਦਘਾਟਨ ਮਿਸਿਜ਼ ਸਕਰਾਈਨ ਨੇ ਕੀਤਾ ਸੀ। ਹਸਪਤਾਲ ਦਾ ਨਾਮ ਬਦਲ ਕੇ ਰੱਲੇਵਾਲ ਬਠਿੰਡਾ ਦੇ 50 ਕਿਲੋਮੀਟਰ ਪੂਰਬ ਵਿੱਚ ਸਥਿਤ ਕਸਬਾ ਰੱਲੇਵਾਲ ਨੂੰ ਸੰਕੇਤ ਕਰਦਾ ਹੈ ਜਿੱਥੋਂ ਦੇ ਸਰਦਾਰ ਪ੍ਰਤਾਪ ਸਿੰਘ ਦੀ ਧੀ ਰਾਜਾ ਬਿਕਰਮ ਸਿੰਘ ਨੂੰ ਵਿਆਹੀ ਹੋਈ ਸੀ ਜਿਸ ਦੀ ਕੁੱਖੋਂ ਅਗਸਤ 1869 ਵਿੱਚ ਰਾਜਾ ਬਲਬੀਰ ਸਿੰਘ ਪੈਦਾ ਹੋਇਆ। ਮਿਸਿਜ਼ ਸਕਰਾਈਨ ਜਿਸ ਨੇ ਇਸ ਹਸਪਤਾਲ ਦਾ ਉਦਘਾਟਨ ਕੀਤਾ ਸ਼ਾਇਦ ਦੂਸਰੇ ਵਿਸ਼ਵ ਯੁੱਧ ਦੌਰਾਨ ਮਸਜਿਦ ਵਿਖੇ ਬ੍ਰਿਟਿਸ਼ ਕੌਂਸਲ ਸਰ ਕਲੇਰਮੰਟ ਦੀ ਪਤਨੀ ਸੀ। ਮਿਸਟਰ ਸਕਰਾਈਨ ਇੰਡੀਆ ਸਿਵਲ ਸਰਵਿਸ ਵਿੱਚ ਸੀ ਅਤੇ ਉਸ ਨੂੰ ਇਰਾਨ ਭਾਰਤ ਤੋਂ ਭੇਜਿਆ ਗਿਆ ਸੀ। ਉਹ ਵਰਲਡ ਵਾਰ ਇਨ ਇਰਾਨ ਨਾਂ ਦੀ ਕਿਤਾਬ ਦਾ ਲੇਖਕ ਵੀ ਸੀ। ਇਸ ਤੋਂ ਇਲਾਵਾ ਉਸ ਨੇ 1919 ਦੀ ਬ੍ਰਿਟੇਨ ਇਰਾਨ ਸੰਧੀ ਬਾਰੇ ਵੀ ਕਿਤਾਬ ਲਿਖੀ ਹੋਈ ਸੀ। ਇਹ ਸੀ ਅੱਜ ਦਾ ਇਤਿਹਾਸ ਜੋ ਫਰੀਦਕੋਟ ਰਿਆਸਤ ਨਾਲ ਜੁੜਿਆ ਹੋਇਆ ਵਾ ਜਿਸ ਦੇ ਵਿੱਚ ਅਸੀਂ ਤੁਹਾਨੂੰ ਗੈਰ ਧਾਰਮਿਕ ਸੰਸਥਾਵਾਂ ਜਿਸ ਤਰ੍ਹਾਂ ਹਸਪਤਾਲ ਹੋ ਗਿਆ ਅਤੇ ਹੋਰ ਵੀ ਸਿੱਖਿਆ ਸੰਸਥਾਵਾਂ ਬਾਰੇ ਜਾਣਕਾਰੀ ਦਿੱਤੀ ਆ। ਸੋ ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਜੀ ਦਾਣਾ ਮੰਡੀਆਂ ਵੱਲ ਅਗਲੇ ਭਾਗ ਦੇ ਵਿੱਚ। ਸੋ ਇਸ ਭਾਗ ਵਿੱਚ ਜਿੰਨਾ ਸੁਣਿਆ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ। ਹਰ ਇੱਕ ਤਸਵੀਰ ਉਸ ਪੁਰਾਣੇ ਸਮੇਂ ਦੀ ਆ ਜਦੋਂ ਇਸ ਰਿਆਸਤ ਦੇ ਵਿੱਚ ਰਾਜਿਆਂ ਦਾ ਰਾਜ ਸੀਗਾ। ਸੋ ਇਸ ਵੀਡੀਓ 'ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਫਰੀਦਕੋਟ ਰਿਆਸਤ ਦਾ ਇਤਿਹਾਸ ਉਹਨਾਂ ਨੂੰ ਵੀ ਪਤਾ ਲੱਗ ਸਕੇ। ਵੀਡੀਓ ਦੇਖਣ ਦੇ ਲਈ ਧੰਨਵਾਦ।